संगत जी, जिस वेले प्रिंसीपल सुंदर सिंह जी गुरु तेग बहादुर साहब सच्चे पातशाह जी के जीवन बारे साडे नाल विचारां साझियां कर रहे सन, तो उस वेले टीपी सिंह वालों सवाल आया सी भी गुरु तेग बहादुर साहब जी नूं बस्सी पठाना तो गिरफ्तार किया गया या आगरे तो किया गया। मैं बेनती कर रहा प्रिंसीपल साहब नूं कि वो कृपा करके, क्योंकि गुरु तेग बहादुर साहब जी दे जिहड़ी गिरफ्तारी है वो एक बारी हुई है या 3 बारी हुई है, क्योंकि पंथ विच कई गल्लां बहुतियां क्लीयर नहीं लेखकां ने कीतियां ने या आपो अपने हिसाब नाल कीतियां ने, पर जिहड़ी गल खोज भरपूर है वो प्रिंसीपल साहब सानूं दसदे ने कि गुरु साहब जी की गिरफ्तारी किवें, कित्थे ते किन्नी वारी हुई। प्रिंसीपल साहब। वाहिगुरू जी का खालसा वाहिगुरू जी की फतेह। साहिब श्री गुरु तेग बहादुर जी महाराज के जीवन वृतांत ते उन्हां दी सिੱਖਿਆ संबंधी असीं गुरु तेग बहादुर जी के 400 साला प्रकाश दिहाड़े ते श्रवण कीता है ते अज दा सवाल केवल उन्हां दीयां गिरफ्तारियां तक है। जितना क किताबां विचों ते खास करके सिख मिशनरी कॉलेज वालों सरदार महेंद्र सिंह जी जोश सचखंड वासी जी की लिखी हुई पुस्तक श्री गुरु तेग बहादुर जी का जीवन वृतांत ਅਤੇ उपदेश ਉਹਦੇ पन्ना 38 उत्ते पन्ना 25 उत्ते इन्हां गिरफ्तारियां का जिक्र किया है बहुत हवाले दे के। सो गुरु तेग बहादुर जी महाराज कुल 3 वारी गिरफ्तार होए ने। उन्हां दी पहली गिरफ्तारी 8 नवंबर 1665 ईस्वी नूं ਸਥਾਨ ਹੈ ਧਮਧਾਨ ਸਾਹਿਬ, ਜ਼ਿਲ੍ਹਾ ਜੀਂਦ, ਹਰਿਆਣਾ ਵਿਖੇ। ਆਲਮ ਖਾਂ ਰੋਹਿਲੇ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੇ ਲਈ ਭੇਜਿਆ ਗਿਆ। ਪਟਵਈ ਜਾਦੋਵੰਸੀਆ ਖਾਤਾ ਵੜਤੀਆਂ ਅਨੁਸਾਰ ਆਲਮ ਖਾਂ ਰੋਹਿਲੇ ਨੇ ਧਮਧਾਨ ਸਾਹਿਬ ਤੋਂ 8 ਨਵੰਬਰ 1665 ਈਸਵੀ ਨੂੰ ਗੁਰੂ ਜੀ ਨੂੰ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਗਵਾਲਦਾਸ, ਭਾਈ ਗੁਰਦਾਸ, ਭਾਈ ਸੰਗਤ ਜੀ ਤੇ ਭਾਈ ਦਿਆਲੇ ਸਮੇਤ ਗ੍ਰਿਫਤਾਰ ਕਰਕੇ ਦਿੱਲੀ ਔਰੰਗਜ਼ੇਬ ਦੇ ਪੇਸ਼ ਕੀਤਾ ਗਿਆ। ਲੰਬੀ ਵਾਰਤਾ ਵਿਚਾਰ ਚਰਚਾ ਹੋਈ। ਬਾਦਸ਼ਾਹ ਬਰੰਜੀ ਦੀ ਸਾਖੀ ਨੰਬਰ 116 SK ਭੋਇਆਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਿੱਥੇ ਵਿਚਾਰ ਚਰਚਾ ਵਿੱਚ ਕਾਇਲ ਕਰਨ ਦੀ ਕੋਸ਼ਿਸ਼ ਕੀਤੀ, ਮੌਤ ਦੇ ਡਰ ਲਾਲਚ ਵੀ ਦਿੱਤੇ ਗਏ। ਅੰਤ ਉਹਨਾਂ ਨੂੰ ਫਾਂਸੀ ਦੀ ਚੇਤਾਵਨੀ ਵੀ ਦਿੱਤੀ ਗਈ, ਪਰ ਇਹ ਸਾਰਾ ਕੁਝ ਸਿਰੇ ਨਹੀਂ ਚੜ ਸਕਿਆ। ਉਸ ਦਾ ਕਾਰਨ ਜਿਹੜਾ ਹੈ ਅੰਬੇਰ ਦਾ ਰਾਜਾ ਜੈ ਸਿੰਘ ਸੀ, ਜੋ ਹਕੂਮਤ ਨਾਲ ਉਹਦੇ ਚੰਗੇ ਸੰਬੰਧ ਸਨ, ਕਿਉਂਕਿ ਰਾਜਾ ਜੈ ਸਿੰਘ ਨੇ ਬਹੁਤ ਸਾਰੇ ਇਲਾਕੇ ਜਿੱਤ ਕੇ ਔਰੰਗਜ਼ੇਬ ਦੇ ਰਾਜ ਵਿੱਚ ਮਿਲਾਏ ਸਨ। ਇਸ ਲਈ ਔਰੰਗਜ਼ੇਬ ਰਾਜਾ ਜੈ ਸਿੰਘ ਦਾ ਤੇ ਉਸਦੇ ਪੁੱਤਰ ਰਾਮ ਸਿੰਘ ਤੇ ਉਸਦੀ ਰਾਣੀ ਪੁਸ਼ਪਾ ਰਾਣੀ ਦਾ ਵਿਸ਼ੇਸ਼ ਸਤਿਕਾਰ ਕਰਦਾ ਸੀ ਤੇ ਉਹਨਾਂ ਦੀ ਗੱਲ ਨੂੰ ਮਾਨਤਾ ਦਿੰਦਾ ਸੀ। ਉਧਰ ਇਹ ਰਾਜੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਵੀ ਰੱਜ ਕੇ ਸ਼ਰਧਾਲੂ ਸਨ ਤੇ ਜਦੋਂ ਵੀ ਕਿਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿੱਲੀ ਵਿਖੇ ਜਾਂਦੇ ਤਾਂ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਵਿੱਚ ਇਹ ਪਹਿਲਾਂ ਵੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਆ ਕੇ ਮਿਲਦੇ ਰਹੇ। ਸੋ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਵਿੱਚ ਹੀ ਗੁਰੂ ਜੀ ਦੇ ਦਰਸ਼ਨਾਂ ਕਾਰਨ ਇਹ ਕਾਫੀ ਸ਼ਰਧਾਲੂ ਬਣ ਚੁੱਕੇ ਸਨ। ਪਟਵੇਈ ਜਾਦੋਵੰਸੀਆਂ ਅਨੁਸਾਰ 8 ਨਵੰਬਰ ਤੋਂ 13 ਦਸੰਬਰ 1665 ਤੱਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗ੍ਰਿਫਤਾਰ ਰੱਖਿਆ ਗਿਆ ਤੇ 1 ਮਹੀਨੇ ਬਾਅਦ ਆ ਜਿਹੜੀ ਡੇਟ ਮੈਂ ਦਿੱਤੀ ਹੈ 5 ਦਿਨ ਉੱਤੇ ਹੋ ਗਏ ਸੀ, ਰਿਹਾ ਕਰ ਦਿੱਤਾ। ਇਹ ਜਿਹੜਾ ਸੀ ਰਿਹਾਈ ਰਾਜਾ ਮਿਰਜ਼ਾ ਜੈ ਸਿੰਘ, ਉਸ ਦੇ ਪੁੱਤਰ ਰਾਜਾ ਰਾਮ ਸਿੰਘ ਅਤੇ ਉਹਨਾਂ ਦੀ ਪਤਨੀ ਪੁਸ਼ਪਾ ਰਾਣੀ ਦੇ ਪ੍ਰਭਾਵ ਕਰਕੇ ਹੋਈ। ਗੁਰੂ ਜੀ ਫਿਰ ਆਪਣੀ ਯਾਤਰਾ ਤੇ ਪੂਰਬੀ ਭਾਰਤ ਵੱਲ ਨੂੰ ਉੱਥੋਂ ਹੀ ਰਵਾਨਾ ਹੋ ਗਏ। ਜਾਣੀ ਕਿੱਡੀ ਵੱਡੀ ਗੱਲ ਹੈ ਕਿ ਰਾਸਤੇ ਵਿੱਚ ਗ੍ਰਿਫਤਾਰ ਕਰਕੇ ਧਮਧਾਨ ਸਾਹਿਬ ਤੋਂ ਦਿੱਲੀ ਤੇ ਦਿੱਲੀ 1 ਮਹੀਨਾ ਕੈਦ ਤੋਂ ਬਾਅਦ ਪਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੈਸੇ ਪ੍ਰਚਾਰਕ ਸਨ, ਉਹਨਾਂ ਨੇ ਆਪਣੇ ਪ੍ਰਚਾਰਕ ਦੌਰੇ ਨੂੰ ਵਿੱਚੇ ਨਹੀਂ ਛੱਡਿਆ। ਸੋ ਇਹ ਪਹਿਲੀ ਗ੍ਰਿਫਤਾਰੀ ਤੇ ਉਹਨਾਂ ਦੀ ਰਿਹਾਈ ਦੀ ਗੱਲ ਹੈ। ਦੂਜੀ ਗ੍ਰਿਫਤਾਰੀ ਬਾਰੇ ਆਗਰੇ ਤੋਂ ਅਪ੍ਰੈਲ 1670 ਵਿੱਚ ਔਰੰਗਜ਼ੇਬ ਦੇ ਹੁਕਮ ਅਨੁਸਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਾਨਵਤਾ ਨੂੰ ਭੈ ਕਾਹੂ ਕੋ ਦੇਤਨੇ ਨਹਿ ਪੈਮਾਨਤਾ ਆਨ ਦਾ ਉਪਦੇਸ਼ ਦ੍ਰਿੜ ਕਰਵਾ ਰਹੇ ਸਨ। ਆਪ ਜੀਓ ਤੇ ਦੂਜਿਆਂ ਨੂੰ ਜੀਉਣ ਦਿਓ, ਅਣਖ ਇੱਜ਼ਤ ਤੇ ਆਜ਼ਾਦੀ ਦਾ ਉਪਦੇਸ਼ ਦੇ ਰਹੇ ਸਨ। ਇਸ ਲਈ ਹਕੂਮਤ ਖਫਾ ਹੋਈ ਪਈ ਸੀ
ਕਿ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੈਂਕੜੇ ਨਹੀਂ ਹਜ਼ਾਰਾਂ ਬਲਕਿ ਕਈ ਵਾਰ ਲੱਖਾਂ ਦੀ ਗਿਣਤੀ ਵਿੱਚ ਵੀ ਸਰਕਾਰ ਦੀਆਂ ਰਿਪੋਰਟਾਂ ਦੱਸਦੀਆਂ ਸਨ ਕਿ ਗੁਰੂ ਤੇਗ ਬਹਾਦਰ ਜੀ ਸ਼ਰਧਾਲੂ ਬਣ ਚੁੱਕੇ ਸਨ। ਸਿੱਖੀ ਦਾ ਵਾਧਾ ਹੋ ਰਿਹਾ ਸੀ। ਔਰੰਗਜ਼ੇਬ ਨੂੰ ਚੁਗਲੀਆਂ ਲਾਉਣ ਵਾਲੇ ਵੀ ਤੇ ਔਰੰਗਜ਼ੇਬ ਆਪ ਵੀ ਮੁਤੱਸਵੀ ਨੀਤੀ ਦਾ ਮਾਲਕ ਸੀ। ਇਸ ਲਈ ਆਗਰੇ ਤੋਂ ਗ੍ਰਿਫਤਾਰ ਕਰਕੇ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ 2 ਮਹੀਨੇ 13 ਦਿਨਾਂ ਬਾਅਦ ਗੁਰੂ ਜੀ ਦਾ ਸ਼ਰਧਾਲੂ ਸੀ ਨਵਾਬ ਸੈਫ ਖਾਨ, ਜੋ ਕਿ ਔਰੰਗਜ਼ੇਬ ਦਾ ਸਕਾ ਮਾਸੜ ਤੇ ਸ਼ਾਹਜਹਾਨ ਦਾ ਸਾਧੂ ਸੀ। ਤੇ ਇਹੀ ਸੈਫ ਖਾਨ ਜਿਹਨੇ ਸੈਫਾਬਾਦ ਪਟਿਆਲੇ ਜ਼ਿਲ੍ਹੇ ਦੇ ਲਾਗੇ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਵਸਾਇਆ ਹੋਇਆ ਸੀ ਆਪਣੇ ਨਾਂ ਤੇ। ਪਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਇਸ ਦੇ ਪਾਸ ਪਹਿਲਾਂ ਪਹੁੰਚਦੇ ਹਨ ਤੇ ਪ੍ਰਭਾਵਿਤ ਹੋ ਕੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇਸ ਸੈਫਾਬਾਦ ਦਾ ਨਾਮ ਬਦਲ ਕੇ ਬਹਾਦਰਗੜ੍ਹ ਰੱਖ ਦਿੱਤਾ ਸੀ। ਸੋ ਇਹ ਸੈਫਾ ਖਾਨ ਨੇ ਵਿੱਚ ਪੈ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਦੂਜੀ ਰਿਹਾਈ ਜਿਹੜੀ ਸੀ, ਦੂਜੀ ਗ੍ਰਿਫਤਾਰੀ ਤੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਰਿਹਾ ਕਰਵਾਇਆ। ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ 20 ਜੂਨ 1670 ਨੂੰ ਸੈਫ ਖਾਨ ਸਮੇਤ ਦਿੱਲੀ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਵਿਖੇ ਮੌਜੂਦ ਸਨ। ਇਹ ਭੱਟ-ਬੇਹੀ ਤਲੌਂਡਾ ਪਰਗਣਾ ਜੀਂਦ ਜੀਵਨ ਗਾਥਾ ਤੇ ਉਪਦੇਸ਼ ਗੁਰੂ ਤੇਗ ਬਹਾਦਰ ਜੀ ਪੰਨਾ 38 ਛਾਪਕ ਸਿੱਖ ਮਿਸ਼ਨਰੀ ਕਾਲਜ। ਸੋ ਇਹ ਦੂਜੀ ਗ੍ਰਿਫਤਾਰੀ ਜਿਹੜੀ ਤੇ ਰਿਹਾਈ ਇਹ ਸਾਨੂੰ ਇਤਿਹਾਸ ਵਿੱਚੋਂ ਪਤਾ ਲੱਗਦਾ। ਤੀਜੀ ਗ੍ਰਿਫਤਾਰੀ ਜਦੋਂ ਕਸ਼ਮੀਰੀ ਪੰਡਤ ਕਿਰਪਾ ਰਾਮ, ਜੋ ਬਾਅਦ ਵਿੱਚ ਕਿਰਪਾ ਸਿੰਘ ਬਣ ਗਏ ਸਨ, ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਆਪਣੇ ਪੁੱਤਰ ਸਮੇਤ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨਾਲ ਚਮਕੌਰ ਦੀ ਗੜੀ ਦੇ ਵਿੱਚ 22 ਦਸੰਬਰ ਨੂੰ ਹੀ ਸ਼ਹਾਦਤ ਦਾ ਜਾਮ ਪੀਤਾ। ਤੇ ਇਹ ਪੰਡਤ ਕਿਰਪਾ ਸਿੰਘ ਤੇ ਪੰਡਤ ਪੂਰਨ ਚੰਦ ਇੰਦਰਾ ਗਾਂਧੀ ਦੇ ਖਾਨਦਾਨ ਵਿੱਚੋਂ 25 ਜੂਨ 1675 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਏ ਤੇ ਗੁਰੂ ਜੀ ਨੂੰ ਇਹ ਅਪੀਲ ਕੀਤੀ ਕਿ ਸਾਡਾ ਧਰਮ ਬਚਾਓ, ਸਾਖੀ ਤੋਂ ਸੰਗਤਾਂ ਜਾਣੂ ਹਨ। ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਹਿ ਦਿੱਤਾ। ਲਾਹੌਰ ਦੇ ਵਿੱਚ ਖਬਰ ਪਹੁੰਚ ਗਈ ਤੇ ਉਸ ਤੋਂ ਬਾਅਦ ਸਰਹੰਦ ਵੀ ਖਬਰ ਪਹੁੰਚੀ, ਔਰੰਗਜ਼ੇਬ ਤੱਕ ਖਬਰਾਂ ਪਹੁੰਚਣ ਨੂੰ, ਕਿਉਂਕਿ ਉਹਨਾਂ ਦਿਨਾਂ 'ਚ ਟਾਈਮ ਵੀ ਲੱਗਦਾ ਸੀ। ਅੰਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਇਸ ਘਟਨਾ ਤੋਂ 13 ਦਿਨਾਂ ਬਾਅਦ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਤੇ ਉਹਦੇ ਮੁਤਾਬਕ ਗੁਰਗੱਦੀ ਦਸ਼ਮੇਸ਼ ਪਿਤਾ ਨੂੰ 8 ਜੁਲਾਈ 1675 ਨੂੰ ਜੋ ਹੈ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਕੇ ਮਹਿਲ ਦੇ ਨਾਲ ਹੀ ਇੱਕੋ ਹੀ ਕੰਪਲੈਕਸ ਹੈ, ਉੱਥੇ ਗੁਰਗੱਦੀ ਅਦਾ ਕੀਤੀ ਗਈ। 2 ਦਿਨ ਬਾਅਦ 10 ਜੁਲਾਈ 1675 ਨੂੰ ਗੁਰੂ ਪਾਤਸ਼ਾਹ ਜੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨਾਲ ਚਾਲੇ ਪਾਏ। ਉਹਨਾਂ ਨੇ ਰਾਤ ਕੀਰਤਪੁਰ ਸਾਹਿਬ ਵਿਖੇ ਕੱਟੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ 1627 ਵਿੱਚ ਇਸ ਨਗਰ ਦੀ ਨੀਂਹ ਬਾਬਾ ਗੁਰਦਿੱਤਾ ਜੀ ਕੋਲੋਂ ਰਖਾਈ। 1635 ਵਿੱਚ ਆਪ ਆ ਚੁੱਕੇ ਸਨ। 1644 ਨੂੰ ਇੱਥੇ ਜੋਤੀ ਜੋਤ ਸਮਾਏ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਗੁਰੂ ਤੇਗ ਬਹਾਦਰ ਜੀ ਦੇ ਬਾਕੀ ਭਰਾ ਤੇ ਪਰਿਵਾਰ ਜਿਹੜਾ ਉੱਥੇ ਵਸਦਾ ਸੀ। ਇਹ ਲਈ ਸ਼ਰੀਕੇ ਭਾਈਚਾਰੇ ਨਾਲ ਮੁਲਾਕਾਤ ਕਰਕੇ 11 ਜੁਲਾਈ 1675 ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਸਰਸਾ ਨਦੀ ਨੂੰ ਪਾਰ ਕੀਤਾ ਤੇ ਪਿੰਡ ਮਲਕਪੁਰ ਰੰਗੜਾ ਤੋਂ ਘਨੌਲਾ ਪਰਗਣਾ ਵਿਖੇ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਨੇ ਗ੍ਰਿਫਤਾਰ ਕੀਤਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ 11 ਜੁਲਾਈ ਸੰਨ 1675 ਨੂੰ। ਕਿਉਂਕਿ ਜਦੋਂ ਤੱਕ ਭੱਟ-ਬੇਹੀਆਂ ਜਿਹੜੀਆਂ ਨੇ ਉਹ ਸਿੱਖ ਵਿਦਵਾਨਾਂ ਦੀ ਨਜ਼ਰ ਵਿੱਚ ਨਹੀਂ ਆਈਆਂ ਸਨ, ਉਦੋਂ ਤੱਕ ਇਹੀ ਗੱਲ ਪ੍ਰਚਲਿਤ ਤੇ ਲਿਖਦੇ ਰਹੇ ਕਿ ਆਗਰੇ ਤੋਂ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਹੋਈ, ਜਦਕਿ ਗ੍ਰਿਫਤਾਰੀ ਉਹ ਪਹਿਲਾਂ ਹੋ ਚੁੱਕੀ ਸੀ। ਭੱਟ-ਬੇਹੀ ਅਨੁਸਾਰ ਗੁਰੂ ਤੇਗ ਬਹਾਦਰ ਮਹਿਲਾ ਨੌਵਾਂ ਕੋ ਨੂਰ ਮੁਹੰਮਦ ਖਾਨ ਮਿਰਜ਼ਾ चौंकी रोपड़ ने साल 1732 सावन प्रविष्टे 12 के दियो ग्राम मलकपुर रंगड़ा परगना कनौला तो पकड़ कर सरहंद में पहुंचाया। गैलो दीवान मतीदास सतीदास दयालदास ते मतीदास सतीदास बेटा हीरा मल के छिब्बर बलौते का पकड़ा आया। 4 माह बसी पठाना बंदी खाने बंद रहे। दुष्टा ने गुरु जी को घना दुख दिया। गुरु जी ने भाने को मना। भट्ट-बेही मुल्तानी सिंधी खाता जिलाने बलौते का। इसलिए गुरु तेग बहादुर जी ने 4 महीने बसी पठाना विच कैद रख के औरंगजेब का हुक्म आया कि दिल्ली भेजा जाए, पिंजरियां विच बंद करके 3 नवंबर सन 1675 ਨੂੰ गुरु तेग बहादुर जी महाराज ਨੂੰ दिल्ली विखे पहुंचा दिता गया। 4 नवंबर 1675
ਤੋਂ ਸੂਬੇਦਾਰ ਸਾਫੀ ਖਾਨ, ਲਾਲ ਕਿਲੇ ਦਾ ਮੁਲਕ ਖਾਨ ਕਿਲੇਦਾਰ ਤੇ ਸ਼ਾਹੀ ਗਾਜ਼ੀ ਅਬਦੁਲ ਵਹਾਬ ਬੋਰਾ ਦੇ ਹਵਾਲੇ ਕਰ ਦਿੱਤਾ ਗਿਆ। 5 ਤੋਂ 11 ਨਵੰਬਰ ਤੱਕ ਗੁਰੂ ਜੀ ਤੇ ਸਿੱਖਾਂ ਨੂੰ ਸਖਤ ਤਸੀਹੇ ਦਿੱਤੇ ਗਏ ਤੇ ਅੰਤ ਸ਼ਹੀਦ ਕਰ ਦਿੱਤੇ ਗਏ। ਇਹ ਭਟਵਈਆਂ ਦੇ ਆਧਾਰ ਤੇ ਹੀ ਡਾਕਟਰ ਗੰਡਾ ਸਿੰਘ ਜੀ, ਸਰਦਾਰ ਹਰਜਿੰਦਰ ਸਿੰਘ ਜੀ ਦਲਗੀਰ, ਪ੍ਰੋਫੈਸਰ ਹਰਵੰਤ ਸਿੰਘ ਜੀ, ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ, ਡਾਕਟਰ ਸੰਗਤ ਸਿੰਘ ਜੀ, ਡਾਕਟਰ ਤਾਰਨ ਸਿੰਘ ਤੇ ਸਰਦਾਰ ਮਹਿੰਦਰ ਸਿੰਘ ਜੀ ਜੋਸ਼ ਦਿੱਲੀ ਵਾਲਿਆਂ ਨੇ, ਇਸ ਤੋਂ ਇਲਾਵਾ ਵਿਲੀਅਮ ਇਰਬਨ ਨੇ ਵੀ ਇਸ ਗੱਲ ਦਾ ਜ਼ਿਕਰ ਆਪਣੀਆਂ ਕਿਤਾਬਾਂ ਵਿੱਚ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਇੱਕ ਵਾਰ ਨਹੀਂ 3 ਵਾਰ ਗ੍ਰਿਫਤਾਰ ਕੀਤਾ ਗਿਆ ਤੇ ਅੰਤਲੀ ਗ੍ਰਿਫਤਾਰੀ ਵਿੱਚ ਸ਼ਹਾਦਤ ਸਮੇਂ ਦਿੱਲੀ ਵਿਖੇ ਕੇਵਲ 5 ਤਰੀਕ ਤੋਂ ਲੈ ਕੇ 4 ਨਵੰਬਰ ਤੋਂ ਲੈ ਕੇ 11 ਨਵੰਬਰ ਤੱਕ ਹਫ਼ਤਾ ਤੱਕ ਹੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਰੱਖਿਆ ਗਿਆ। ਬਾਕੀ ਸ਼ਹਾਦਤ ਬਾਰੇ ਸੰਗਤਾਂ ਜਾਣਦੀਆਂ ਨੇ। ਸੋ ਇਹ 3 ਗ੍ਰਿਫਤਾਰੀਆਂ ਦਾ ਜ਼ਿਕਰ ਸਿੱਖ ਮਿਸ਼ਨਰੀ ਕਾਲਜ ਵੱਲੋਂ ਛਪੀ ਹੋਈ ਕਿਤਾਬ ਦੇ ਵਿੱਚ ਕੀਤਾ ਗਿਆ। ਬਹੁਤ ਵਿਦਵਤਾ ਭਰਪੂਰ ਕਿਤਾਬ। ਮੈਂ ਬੇਨਤੀ ਕਰਾਂਗਾ ਜ਼ਰੂਰ ਇਸ ਕਿਤਾਬ ਨੂੰ ਪੜ੍ਹੋ ਤਾਂ ਕਿ ਸਾਰਾ ਇਤਿਹਾਸ ਸਹੀ ਰੂਪ ਵਿੱਚ ਸਾਡੇ ਸਾਹਮਣੇ ਆਵੇ। 2 ਸਾਲਾ ਪੱਤਰ ਵਿਹਾਰ ਦੀ ਪਹਿਲਾਂ ਵੀ ਗੱਲ ਕੀਤੀ ਤੇ ਜੇ ਹੋ ਜਾਵੇ ਕੋਰਸ ਕਿਤੇ ਹਰ ਬੰਦਾ ਕਰ ਲਵੇ ਤਾਂ ਆਪਣੇ ਆਪ ਇੱਕ ਸੰਪੂਰਨ ਮਨੁੱਖ ਵਾਲੀ ਸਿਰਜਣਾ ਵੀ ਹੋ ਜਾਏਗੀ ਤੇ ਸਾਡੀ ਵੀ ਸੰਪੂਰਨ ਸੋਚ ਹੋ ਜਾਏਗੀ। ਬਹੁਤ ਬਹੁਤ ਧੰਨਵਾਦ ਜੀ। ਭੁੱਲ ਗਲਤੀ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਵੀ ਕੌਮ ਜਿਹੜੀ ਹੈ ਉਹਦੀ ਪ੍ਰਫੁੱਲਤਾ ਲਈ ਜੋ ਯੋਗਦਾਨ ਸਭ ਤੋਂ ਜ਼ਿਆਦਾ ਹੈ ਉਹ ਉਹਦੇ ਇਤਿਹਾਸ ਦਾ ਹੁੰਦਾ ਹੈ। ਤੋ ਜਿੱਥੋਂ ਤੱਕ ਸਾਡੇ ਸਿੱਖ ਇਤਿਹਾਸ ਦਾ ਸੰਬੰਧ ਹੈ, ਕਾਫੀ ਸਮੇਂ ਤੱਕ ਤਾਂ ਸਿੱਖ ਇਤਿਹਾਸ ਜਿਹੜਾ ਹੈ ਇਹ ਪ੍ਰਲਬਧ ਹੀ ਨਹੀਂ ਸੀਗਾ, ਔਰ ਜਿੰਨਾ ਕੁ ਪ੍ਰਲਬਧ ਸੀਗਾ ਉਹ ਵੀ ਅਨੁਮਤੀਆਂ, ਬਹੁਤਾ ਜ਼ਿਆਦਾ ਅਨੁਮਤੀ ਵੱਲ ਲਿਖਿਆ ਸੀਗਾ। ਹੁਣ ਪਿਛਲੇ 2-3 ਦਹਾਕਿਆਂ ਤੋਂ ਕੁਝ ਇਤਿਹਾਸ ਲਿਖਿਆ ਗਿਆ, ਪਰ ਇਹ ਸਾਡੇ ਇਤਿਹਾਸ ਦੇ ਨਾਲ ਜਾਂ ਸਾਡੀ ਕੌਮ ਦੇ ਨਾਲ ਇਹ ਇੱਕ ਮਾਈਨਸ ਨੈਗੇਟਿਵ ਪੁਆਇੰਟ ਸੀਗਾ। ਔਰ ਸਭ ਤੋਂ ਵੱਡਾ ਨੈਗੇਟਿਵ ਪੁਆਇੰਟ ਤਾਂ ਇਹ ਹੈ ਕਿ ਸਾਡੀ ਕਮਿਊਨਿਟੀ 'ਚ ਬਹੁਤ ਗਿਣਤੀ ਲੋਕ ਪੜ੍ਹਨ ਦੇ ਵਿੱਚ ਬਹੁਤਾ ਯਕੀਨ ਨਹੀਂ ਰੱਖਦੇ। ਕਿਤਾਬਾਂ, ਪਹਿਲੀ ਗੱਲ ਤਾਂ ਇਹ ਵੀ ਮੈਂ ਇੱਕ ਵਾਰੀ ਅੱਗੇ ਵੀ ਬੇਨਤੀ ਕੀਤੀ ਸੀ ਬਈ ਸੱਜੇ ਖੱਬੇ ਦੀਆਂ ਜਿਹੜੀਆਂ ਕਿਤਾਬਾਂ ਨੂੰ ਅਸੀਂ ਖਰੀਦ ਲਵਾਂਗੇ, ਪਰ ਜਿੱਥੋਂ ਤੱਕ ਸਾਡੇ ਇਤਿਹਾਸ ਦੀਆਂ ਸਿੱਖ ਗੁਰਬਾਣੀ ਨਾਲ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਨੇ, ਮੈਂ ਕਈ ਵਾਰੀ ਬੜਿਆਂ ਗੁਰਸਿੱਖਾਂ ਦੇ ਘਰ ਵਿੱਚ ਦੇਖਿਆ ਕਿ ਕਿਤਾਬਾਂ ਬੜੀਆਂ ਘੱਟ ਨੇ, ਨਾ ਦੇ ਬਰਾਬਰ। ਤੋ ਉਹਦਾ ਕਾਰਨ ਇਹ ਹੈ ਕਿ ਸਾਨੂੰ ਪੜ੍ਹਨ 'ਚ ਬਹੁਤਾ ਸ਼ੌਂਕ ਨਹੀਂ। ਤੋ ਹੁਣ ਲੋੜ ਹੈ ਕਿ ਸਾਨੂੰ ਸਹੀ ਇਤਿਹਾਸ ਵੀ ਮਿਲੇ ਔਰ ਸਾਡੇ ਪੜ੍ਹਨ ਦਾ ਸ਼ੌਂਕ ਹੋਵੇ। ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਹੈ, ਤਾਂ ਹੀ ਉਹ ਕੌਮ ਦੀ ਉਸਾਰੀ ਹੋਏਗੀ। ਸਾਡਾ ਜੋ ਵਿਰਸਾ ਹੈ ਬਹੁਤ ਅਮੀਰ ਹੈ, ਪਰ ਜਿਤਨਾ ਕਿ ਸਾਡਾ ਵਿਰਸਾ ਅਮੀਰ ਹੈ ਉਸ ਹਿਸਾਬ ਨਾਲ ਅਸੀਂ ਸੰਸਾਰ ਵਿੱਚ ਆਪਣੇ ਪੈਰ ਨਹੀਂ ਪਸਾਰ ਸਕੇ, ਆਪਣੀ ਛਾਪ ਨਹੀਂ ਲਾ ਸਕੇ। ਉਹਦਾ ਕਾਰਨ ਇੱਕ ਇਹ ਵੀ ਹੈ ਕਿ ਸਾਡੇ ਕੋਲ ਅਥੈਂਟਿਕ ਇਤਿਹਾਸ ਹੈ ਘੱਟ ਹੈ, ਤੇ ਜਿਹੜਾ ਹੈ ਵੀ ਹੈ ਅਸੀਂ ਉਹਦਾ ਪ੍ਰਚਾਰ ਬਹੁਤ ਘੱਟ ਕਰਦੇ। ਲੋੜ ਹੈ ਇਸ ਪਾਸੇ ਧਿਆਨ ਦੇਣ ਦੀ। ਵੀਰ ਸੁਰਿੰਦਰ ਸਿੰਘ ਜੀ ਨੇ ਬਹੁਤ ਇੱਕ ਤਰੀਕ ਸਾਡੇ ਸਾਹਮਣੇ ਰੱਖ ਕੇ ਸਾਨੂੰ ਇਹਦੀਆਂ ਸਾਹਿਬ ਜੀ ਦੀਆਂ ਗ੍ਰਿਫਤਾਰੀਆਂ ਬਾਰੇ ਦੱਸਿਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਸੁਰਿੰਦਰ ਸਿੰਘ ਜੀ।